ਹੈਲੋ ਵੈਲਕਮ ਟੂ ਆਲ ਔਨ ਮਾਈ YouTube ਚੈਨਲ ਜਿੰਦਲ ਕੈਮਿਸਟਰੀ ਕਲਾਸਿਸ। ਅੱਜ ਦਾ ਜੋ ਕੁਐਸਚਨ ਸੀ ਉਹ ਆਪਣੇ ਹਾਈਡਰੋਕਾਰਬਨ ਚੈਪਟਰ ਦੇ ਉੱਪਰ ਲਿਆ ਗਿਆ ਸੀ। ਇਸ ਚੈਪਟਰ ਦੇ ਵਿੱਚ ਨਾ ਮਤਲਬ ਜੋ ਕੁਐਸਚਨ ਤੁਹਾਨੂੰ ਦਿੱਤਾ ਫਰੇਮ ਕਰਕੇ ਦਿੱਤਾ ਸੀ, ਇਹਦੇ ਵਿੱਚ ਕਾਫੀ ਸਾਰੇ ਕੰਸੈਪਟ ਆਪਾਂ ਕਵਰ ਕਰਨੇ ਨੇ। ਪਹਿਲਾ ਕੰਸੈਪਟ ਦੇਖੋ ਕਵਰ ਹੋਊਗਾ ਕਿ ਜੋ ਤੁਹਾਨੂੰ ਜਨਰਲ ਫਾਰਮੂਲਾ ਗਿਵਨ ਹੈ, ਇਹ ਫਾਰਮੂਲਾ ਕਿਸ ਦੇ ਲਈ ਹੁੰਦਾ ਹੈ। ਫਿਰ ਆਪਣੇ ਕੋਲ ਇੱਕ ਰਿਐਕਸ਼ਨ ਕਰਵਾ ਰਹੇ ਹਾਂ ਆਪਾਂ, ਜਿਹਦਾ ਪ੍ਰੋਡਕਟ ਇਹ ਬਣ ਰਿਹਾ, ਰਿਐਕਸ਼ਨ ਕਿੱਦਾਂ ਹੋ ਰਹੀ ਹੈ, ਇਹਦੇ ਉੱਪਰ ਆਪਾਂ ਗੱਲ ਕਰਾਂਗੇ। ਫਿਰ ਕੁਐਸਚਨ 'ਚ ਕਹਿ ਰਹੇ ਨੇ ਜਿਹੜਾ ਆਪਾਂ ਕੰਪਾਊਂਡ ਦੱਸਣਾ ਹੈ ਉਹ ਇੱਕ ਵਾਈਟ ਪੀਪੀਟੀ ਫਾਰਮ ਕਰ ਰਿਹਾ ਥੋੜ੍ਹੇ ਅਮੋਨੀਕਲ ਸੋਲਿਊਸ਼ਨ ਆਫ ਸਿਲਵਰ ਨਾਈਟ੍ਰੇਟ ਦੇ ਨਾਲ, ਹੈ ਨਾ। ਇਹ ਵੀ ਕਵਰ ਕਰਾਂਗੇ ਕਿ ਇਹਦਾ ਕੀ ਮਤਲਬ ਹੁੰਦਾ ਹੈ, ਕੌਣ ਜੋ ਆਪਣੇ ਕੋਲ ਕੰਪਾਊਂਡਸ ਨੇ ਉਹ ਇੱਦਾਂ ਰਿਐਕਸ਼ਨਸ ਦੇ ਸਕਦੇ ਨੇ। ਤਾਂ ਇਸ ਕੁਐਸਚਨ ਦੇ ਵਿੱਚ ਕਾਫੀ ਸਾਰੇ ਕੰਸੈਪਟਸ ਨੂੰ ਆਪਾਂ ਕਵਰ ਕਰਨਾ ਹੈ ਔਰ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਇੱਕ ਕੁਐਸਚਨ ਦੇ ਥਰੂ ਤੁਹਾਨੂੰ ਕਾਫੀ ਸਾਰੀਆਂ ਚੀਜ਼ਾਂ ਜੋ ਹੈ ਉਹ ਆਪਾਂ ਕਵਰ ਕਰਵਾ ਦਈਏ। ਪਰ ਉਹਦੇ ਲਈ ਤੁਹਾਡੇ ਦੇਖੋ ਸਪੋਰਟ ਦੀ ਜ਼ਰੂਰਤ ਰਹਿੰਦੀ ਹੈ ਕਿ ਤੁਸੀਂ ਸਾਨੂੰ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਆ ਕਰੋ, ਫਰੈਂਡ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਆਪਣਾ, ਅਤੇ ਟੈਲੀਗ੍ਰਾਮ ਦੇ ਵਿੱਚ ਸਾਥ ਹੀ ਨਾ ਵੱਧ ਤੋਂ ਵੱਧ ਜੁਆਇਨ ਹੋ ਜਾਓ। ਟੈਲੀਗ੍ਰਾਮ ਦਾ ਜੋ ਲਿੰਕ ਹੈ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜਾਏਗਾ। ਟੈਲੀਗ੍ਰਾਮ 'ਤੇ ਜ਼ਰੂਰ ਜੁਆਇਨ ਕਰ ਲਿਆ ਕਰੋ, ਕਿਉਂਕਿ ਜੋ ਕੁਐਸਚਨ ਮੈਂ ਅਪਲੋਡ ਕਰਦਾ ਹਾਂ ਤੁਹਾਡਾ ਉਹ ਮਾਰਨਿੰਗ ਟਾਈਮ ਕਰ ਦਿੰਦਾ ਹਾਂ, ਤਾਂ ਕਿ ਤੁਹਾਡੇ ਕੋਲ ਕਦੋਂ ਵੀ ਜਦੋਂ ਵੀ ਤੁਸੀਂ ਫ੍ਰੀ ਹੋਵੋ 5 ਜਾਂ 10 ਮਿੰਟ ਕੱਢ ਕੇ ਕੁਐਸਚਨ ਨੂੰ ਜ਼ਰੂਰ ਸੋਲਵ ਕਰਿਆ ਕਰੋ। ਅਤੇ ਈਵਨਿੰਗ ਟਾਈਮ ਇਸ ਦੀ ਸੋਲਿਊਸ਼ਨ ਵੀਡੀਓ ਮੈਂ ਅਪਲੋਡ ਕਰਦਾ ਹਾਂ ਤਾਂ ਕਿ ਤੁਸੀਂ ਆਪਣਾ ਕੰਸੈਪਟ ਨੂੰ ਦੇਖ ਲਓ, ਹੈ ਨਾ। ਪਰ ਇਹ ਸਭ ਕੁਝ ਦੇਖੋ ਸਪੋਰਟ ਤੋਂ ਬਿਨਾਂ ਸਭ ਕੁਝ ਅਧੂਰਾ ਹੈ, ਸਪੋਰਟ ਜ਼ਰੂਰ ਕਰ ਦਿਆ ਕਰੋ। ਕੁਐਸਚਨ ਨੂੰ ਸਮਝਦੇ ਦੇਖੋ ਤੁਹਾਡੇ ਕੋਲ ਇੱਕ ਅਨਨੋਨ ਕੰਪਾਊਂਡ ਦਿੱਤਾ ਹੈ A, ਜਿਹਦੇ ਕੋਲ ਮੋਲੀਕੂਲਰ ਫਾਰਮੂਲਾ ਦਿੱਤਾ ਹੋਇਆ C4H6। ਦੇਖੋ ਤੁਹਾਨੂੰ ਪਤਾ ਹੈ ਆਪਾਂ ਨਾਰਮਲੀ ਅਗਰ ਹਾਈਡਰੋਕਾਰਬਨਸ ਦੀ ਮੈਂ ਗੱਲ ਕਰਦਾ ਹਾਂ ਤਾਂ ਹਾਈਡਰੋਕਾਰਬਨ ਬੇਸਿਕਲੀ ਕੰਪਾਊਂਡਸ ਕਾਹਦੇ ਹੁੰਦੇ ਨੇ ਜਿਨ੍ਹਾਂ ਵਿੱਚ ਹਾਈਡਰੋਜਨ ਅਤੇ ਕਾਰਬਨ ਪ੍ਰੈਜ਼ੈਂਟ ਹੁੰਦੇ ਨੇ ਐਟਲੀਸਟ, ਹੈ ਨਾ। ਜਿਹਦੇ ਵਿੱਚ ਆਪਾਂ ਮੇਨ ਕੰਪਾਊਂਡਸ ਪੜ੍ਹਦੇ ਹਾਂ ਐਲਕੀਨਸ ਅਤੇ ਐਲਕਾਈਨਸ। ਦੇਖੋ ਇੱਥੇ ਹੁਣ ਮੇਰਾ ਇਹ ਦੱਸਣ ਦਾ ਮੋਟਿਵ ਪਤਾ ਕੀ ਹੈ, ਕਿਉਂਕਿ ਨਾ ਕਈ ਸਾਰੀਆਂ ਆਪਸ਼ਨਸ ਤਾਂ ਇੱਦਾਂ ਹੀ ਐਲੀਮੀਨੇਟ ਹੋ ਜਾਂਦੀਆਂ ਨੇ ਜੇ ਤੁਹਾਨੂੰ ਚੀਜ਼ਾਂ ਪਤਾ ਹੁੰਦੀਆਂ ਨੇ। ਤਾਂ ਐਲਕੀਨ ਦਾ ਜਨਰਲ ਫਾਰਮੂਲਾ ਕੀ ਹੁੰਦਾ ਹੈ CnH2n+2, ਐਲਕੀਨ ਦਾ CnH2n ਔਰ ਐਲਕਾਈਨ ਦਾ CnH2n-2। ਇਹ ਜਨਰਲ ਫਾਰਮੂਲਾ ਰਹਿੰਦਾ ਹੈ। ਔਰ ਅਗਰ ਮੈਂ ਕੁਐਸਚਨ ਦੀ ਗੱਲ ਕਰਾਂ, ਜੋ ਕੁਐਸਚਨ 'ਚ ਪੁੱਛਿਆ ਗਿਆ, ਦੇਖੋ ਕਾਰਬਨ ਐਨ ਦੀ ਵੈਲਿਊ ਕਿੰਨੀ ਦੇ ਰੱਖੀ ਹੈ, ਕੰਪੇਅਰ ਕਰੋ 4। ਤਾਂ ਅਗਰ C4 ਹੈ ਤਾਂ ਅਗਰ ਇਹ ਤੁਹਾਡਾ ਐਲਕੇਨ ਹੁੰਦਾ ਤਾਂ ਤੁਹਾਡੇ ਕੋਲ ਫਾਰਮੂਲਾ ਕੀ ਬਣਨਾ ਸੀ C4H10, ਇਹਦੀ ਫਰੇਮਿੰਗ ਹੋਣੀ ਸੀ। ਅਗਰ ਤੁਹਾਡੇ ਕੋਲ ਐਲਕੀਨ ਹੁੰਦਾ ਤਾਂ ਕਾਰਬਨ ਅਗਰ 4 ਨੇ ਤਾਂ ਹਾਈਡਰੋਜਨ ਕਿੰਨੇ ਬਣਨੇ ਸੀ, 8 ਬਣਨੇ ਸੀ, ਤਾਂ ਤੁਹਾਡੇ ਕੋਲ ਆਹ ਫਾਰਮੂਲਾ ਬਣਨਾ ਸੀ। ਔਰ ਅਗਰ ਤੁਹਾਡੇ ਕੋਲ ਐਲਕਾਈਨ ਹੈ ਤਾਂ C4H6 ਆਹ ਫਾਰਮੂਲਾ ਬਣਨਾ ਸੀ। ਹੁਣ ਕੁਐਸਚਨ ਦੇ ਵਿੱਚ ਦੇਖੋ ਤੁਹਾਡੇ ਕੋਲ ਫਾਰਮੂਲਾ ਕੀ ਦਿੱਤਾ ਹੈ C4H6। ਤਾਂ ਇਹ ਸਾਫ਼ ਕਲੀਅਰ ਹੈ ਨਾ ਕਿ ਜੋ ਵੀ ਇੱਕ ਕੰਪਾਊਂਡ ਦੀ ਗੱਲ ਕਰ ਰਹੇ ਨੇ ਉਹ ਕਿਹੜਾ ਸਿਸਟਮ ਹੈ, ਐਲਕਾਈਨ ਹੈ, ਮਤਲਬ ਉਹਦੇ ਵਿੱਚ ਟ੍ਰਿਪਲ ਬੌਂਡ ਪ੍ਰੈਜ਼ੈਂਟ ਹੈ। ਐਲਕੀਨ ਸਿੰਗਲ ਬੌਂਡ, ਐਲਕੀਨ ਡਬਲ ਬੌਂਡ, ਮਤਲਬ ਦੋਨੋਂ ਸਿਸਟਮ ਪ੍ਰੈਜ਼ੈਂਟ ਨਹੀਂ ਹੋ ਸਕਦੇ। ਨਾ ਤਾਂ ਤੁਹਾਡੇ ਕੋਲ ਐਲਕੇਨ ਹੈ ਨਾ ਐਲਕੀਨ ਹੈ। ਆਪਸ਼ਨ ਚੈੱਕ ਕਰੋ, ਈਨ ਵਾਲੀਆਂ ਆਪਸ਼ਨ ਤੁਸੀਂ ਇੱਥੇ ਸਿੱਧਾ ਹੀ ਰਿਜੈਕਟ ਕਰ ਸਕਦੇ ਹੋ। ਤਾਂ C ਅਤੇ D ਆਪਸ਼ਨ ਤਾਂ ਤੁਹਾਡਾ ਆਲਰੇਡੀ ਰਿਜੈਕਟਡ ਹੈ। ਕਲੀਅਰ। ਨੈਕਸਟ ਗੱਲ ਕਰਦੇ ਹਾਂ। ਹੁਣ ਦੇਖੋ ਇੱਕ ਰਿਐਕਸ਼ਨ ਦਿੱਤੀ ਹੋਈ ਹੈ, ਕਹਿੰਦੇ A ਦੀ ਰਿਐਕਸ਼ਨ ਆਪਾਂ ਐਕਸੈਸ ਬਰੋਮੀਨ ਦੇ ਨਾਲ ਕਰ ਰਹੇ ਹਾਂ ਤਾਂ ਆਪਣੇ ਕੋਲ ਕੰਪਾਊਂਡ ਬਣ ਰਿਹਾ ਹੈ ਟ੍ਰਿਪਲ ਬੌਂਡ ਹੈ। ਦੇਖੋ ਟ੍ਰਿਪਲ ਬੌਂਡ ਹੈ, ਦੇਖੋ 2 ਬੌਂਡ ਹਟਾ ਕੇ ਤੁਹਾਡੇ ਕੋਲ 4 ਬਰੋਮੀਨ ਐਡ ਹੋ ਰਹੇ ਨੇ। ਤਾਂ ਇਹ ਵੀ ਇਸ ਚੀਜ਼ ਤੋਂ ਪ੍ਰੂਫ ਕਰ ਰਿਹਾ ਹੈ ਕਿ ਤੁਹਾਡੇ ਸਿਸਟਮ ਕੋਲੇ ਅਨਸੈਚੂਰੇਸ਼ਨ ਪ੍ਰੈਜ਼ੈਂਟ ਹੈ ਨਾ। ਹੁਣ ਉਹ ਅਨਸੈਚੂਰੇਸ਼ਨ ਟ੍ਰਿਪਲ ਬੌਂਡ ਕਰਕੇ ਸੀ ਜਾਂ 2 ਡਬਲ ਬੌਂਡ ਕਰਕੇ ਹੈ, ਇਹਦਾ ਵੀ ਹੋ ਸਕਦਾ ਕਿ ਹੋ ਸਕਦਾ ਤੁਹਾਡੇ ਕੋਲੇ ਜੋ ਆਪਣੇ ਕੋਲੇ ਕੁਐਸਚਨ ਹੈ ਜਾਂ ਜੋ ਕੰਪਾਊਂਡ ਹੈ ਉਹਦੇ ਵਿੱਚ 2 ਡਬਲ ਬੌਂਡ ਪ੍ਰੈਜ਼ੈਂਟ ਹੋਣ ਤਾਂ ਵੀ ਤਾਂ ਸੇਮ ਫਾਰਮੂਲਾ ਬਣਨਾ ਹੈ। ਹੁਣ ਇਹ ਵੀ ਆਪਾਂ ਦੇਖਣਾ ਹੈ, ਬਟ ਇੱਦਾਂ ਦਾ ਕੋਈ ਆਪਸ਼ਨ ਆਪਣੇ ਕੋਲ ਨਹੀਂ ਦਿੱਤਾ ਹੋਇਆ, ਡਾਈਈਨ ਨਹੀਂ ਦਿੱਤਾ ਆਪਸ਼ਨ ਦੇ ਵਿੱਚ, ਤਾਂ ਕਰਕੇ ਉਹ ਨਹੀਂ ਹੋ ਸਕਦਾ। ਤਾਂ ਕਰਕੇ ਆਪਣਾ ਆਨਸਰ ਐਲਕਾਈਨ ਹੀ ਆਏਗਾ, ਟ੍ਰਿਪਲ ਬੌਂਡ ਆਏਗਾ। ਹੁਣ ਦੇਖੋ A ਆਪਸ਼ਨ ਆਏਗਾ, B ਆਪਸ਼ਨ ਆਏਗਾ, ਇਹ ਦੇਖਾਂਗੇ ਆਪਾਂ। ਕਹਿੰਦੇ ਜਿਹੜਾ ਕੰਪਾਊਂਡ A ਹੈ ਨਾ ਉਹ ਥੋੜਾ ਵਾਈਟ ਪੀਪੀਟੀ ਬਣਾਉਂਦਾ ਹੈ ਵਿਦ ਅਮੋਨੀਕਲ ਸਿਲਵਰ ਨਾਈਟ੍ਰੇਟ ਸੋਲਿਊਸ਼ਨ। ਇੱਕ ਚੀਜ਼ ਅਗਰ ਤੁਹਾਨੂੰ ਕਿਸੇ ਨੂੰ ਪਤਾ ਹੈ, ਜੋ ਥੋੜਾ ਅਮੋਨੀਕਲ ਸੋਲਿਊਸ਼ਨ ਹੁੰਦਾ ਹੈ ਸਿਲਵਰ ਨਾਈਟ੍ਰੇਟ ਦਾ, ਉਹਨੂੰ ਆਪਾਂ ਬੇਟਾ ਬੋਲਦੇ ਹਾਂ ਟੋਲੈਂਸ ਰੀਜੈਂਟ। ਔਰ ਜੋ ਟੋਲੈਂਸ ਰੀਜੈਂਟ ਹੁੰਦਾ ਹੈ ਬੇਸਿਕਲੀ ਅਗਰ ਤੁਹਾਨੂੰ ਪਤਾ ਹੋਵੇ, ਬੇਸਿਕਲੀ ਟੋਲੈਂਸ ਰੀਜੈਂਟ ਨੂੰ ਆਪਾਂ ਯੂਜ਼ ਕਰਦੇ ਹਾਂ ਟੂ ਡਿਟੈਕਟ ਦੀ ਐਲਡੀਹਾਈਡ ਗਰੁੱਪ ਫੋਰ ਐਲਡੀਹਾਈਡ। ਅਗਰ ਤੁਸੀਂ ਐਲਡੀਹਾਈਡ ਅਤੇ ਕੀਟੋਨ ਦਾ ਡਿਸਟਿੰਕਸ਼ਨ ਕਰਨਾ ਹੈ ਕਿ ਜੋ ਤੁਹਾਡੇ ਕੋਲ ਗਿਵਨ ਕੰਪਾਊਂਡ ਹੈ ਉਹਦੇ ਵਿੱਚ ਐਲਡੀਹਾਈਡ ਪ੍ਰੈਜ਼ੈਂਟ ਹੈ ਜਾਂ ਕੀਟੋਨ, ਤਾਂ ਤੁਸੀਂ ਟੋਲੈਂਸ ਟੈਸਟ ਕਰ ਸਕਦੇ ਹੋ। ਟੋਲੈਂਸ ਟੈਸਟ ਦੇ ਵਿੱਚ ਜੋ ਤੁਹਾਡੇ ਕੋਲ ਪ੍ਰੋਡਕਟ ਬਣਦਾ ਨਾ ਉਹ ਸਿਲਵਰ ਮਿਰਰ ਤੁਹਾਡੇ ਕੀ ਹੁੰਦੀ ਹੈ ਟੈਸਟ ਟਿਊਬ ਦੇ ਅਰਾਊਂਡ ਆ ਜਾਂਦਾ। ਸਿਲਵਰ ਮਿਰਰ ਜੋ ਬਣਦਾ ਹੈ ਜਿਸ ਨੂੰ ਆਪਾਂ ਬੋਲਦੇ ਨੇ ਸਿਲਵਰ ਕਲਰ ਦੀ ਜੋ ਹੁੰਦੀ ਹੈ ਨਾ ਥੋੜ੍ਹੀਆਂ ਵੋਲਸ ਦੇ ਉੱਪਰ, ਉਹ ਅਪੀਅਰ ਹੋ ਜਾਂਦਾ ਹੈ। ਅਗਰ ਇਹ ਹੋ ਰਿਹਾ ਹੈ ਮਤਲਬ ਗਿਵਨ ਕੰਪਾਊਂਡ ਦੇ ਵਿੱਚ ਥੋੜਾ ਐਲਡੀਹਾਈਡ ਗਰੁੱਪ ਪ੍ਰੈਜ਼ੈਂਟ ਹੈ
ਔਰ ਅਦਰਵਾਈਜ਼ ਨਹੀਂ ਹੈਗਾ। ਤਾਂ ਬੇਸਿਕਲੀ ਇਹ ਜੋ ਟੈਸਟ ਹੁੰਦਾ ਤੁਹਾਡੇ ਐਲਡੀਹਾਈਡ ਗਰੁੱਪ ਲਈ ਹੁੰਦਾ ਹੈ। ਪਰੰਤੂ ਤੁਸੀਂ ਕਹੋਗੇ ਸਰ ਇੱਥੇ ਤਾਂ ਐਲਡੀਹਾਈਡ ਗਰੁੱਪ ਹੀ ਨਹੀਂ ਕਿਸੇ ਪਾਸੇ ਹੈਗਾ, ਇੱਥੇ ਤਾਂ ਹਾਈਡਰੋਕਾਰਬਨ ਆਪਾਂ ਗੱਲ ਕਰ ਰਹੇ ਹਾਂ ਸਿੰਪਲ, ਹੈ ਨਾ, ਟ੍ਰਿਪਲ ਬੌਂਡ ਦੀ ਉੱਥੋਂ। ਤਾਂ ਦੇਖੋ ਟੋਲਰੈਂਸ ਜੋ ਰੀਜੈਂਟ ਹੈ ਉਹ ਐਲਡੀਹਾਈਡ ਲਈ ਤਾਂ ਕੰਮ ਕਰਦਾ ਹੀ ਕਰਦਾ ਹੈ, ਨਾਲ ਦੇ ਨਾਲ ਦੱਸੀ ਇਹ ਟਰਮੀਨਲ ਐਲਕਾਈਨਸ ਲਈ ਵੀ ਕੰਮ ਕਰਦਾ ਹੈ। ਟਰਮੀਨਲ ਐਲਕਾਈਨਸ ਕੀ ਹੁੰਦੀਆਂ ਨੇ, ਦੇਖੋ ਜਿਹਦੇ ਵਿੱਚ ਟ੍ਰਿਪਲ ਬੌਂਡ ਤੁਹਾਡੇ ਕੋਲ ਆਹ ਗਰੁੱਪ ਪ੍ਰੈਜੈਂਟ ਹੋਵੇ ਸੀ ਟ੍ਰਿਪਲ ਬੌਂਡ CH, ਅਗਰ ਇੱਦਾਂ ਦਾ ਗਰੁੱਪ ਪ੍ਰੈਜੈਂਟ ਇਹਨੂੰ ਬੋਲਦੇ ਟਰਮੀਨਲ ਐਲਕਾਈਨ। ਇਹਦੇ ਵਿੱਚ ਵੀ ਥੋੜ੍ਹਾ ਜੋ ਟੋਲਰੈਂਸ ਰੀਜੈਂਟ ਹੈ ਉਹ ਰਿਐਕਟ ਕਰ ਲੈਂਦਾ ਹੈ ਟਰਮੀਨਲ ਐਲਕਾਈਨਸ ਦੇ ਨਾਲ। ਹੁਣ ਦੇਖੋ ਕਿੱਦਾਂ ਰਿਐਕਟ ਕਰਦਾ, ਉਹਦੀ ਰਿਐਕਸ਼ਨ ਮੈਂ ਇੱਥੇ ਲਿਖ ਰਿਹਾ, ਧਿਆਨ ਨਾਲ ਸਮਝਣਾ। ਦੇਖੋ ਟਰਮੀਨਲ ਐਲਕਾਈਨ ਦੇ ਵਿੱਚ ਜਿਹੜੀ ਇਹ H ਹੁੰਦੀ ਹੈ ਨਾ, ਇਹ ਐਸਿਡਿਕ ਨੇਚਰ ਦੀ ਹੁੰਦੀ ਹੈ। ਉਹਦਾ ਕਾਰਨ ਅਗਰ ਤੁਹਾਨੂੰ ਪਤਾ ਹੋਵੇ, ਕਾਰਬਨ ਟ੍ਰਿਪਲ ਬੌਂਡ 'ਚ sp ਹਾਈਬ੍ਰਿਡਾਈਜ਼ਡ ਹੈ, ਔਰ sp ਹਾਈਬ੍ਰਿਡਾਈਜ਼ਡ ਕਾਰਬਨ ਦੀ ਜੋ ਇਲੈਕਟ੍ਰੋਨੈਗੇਟਿਵਿਟੀ ਹੁੰਦੀ ਹੈ ਦੈਟ ਇਜ਼ 3.15, ਦੈਟ ਇਜ਼ ਮੋਰ ਦੈਨ ਨਾਈਟ੍ਰੋਜਨ ਐਂਡ ਕਲੋਰੀਨ। ਇਸੇ ਕਰਕੇ ਜੋ ਹਾਈਡਰੋਜਨ ਇੱਥੇ ਅਟੈਚ ਹੁੰਦਾ ਹੈ ਟਰਮੀਨਲ ਐਲਕਾਈਨ ਟ੍ਰਿਪਲ ਬੌਂਡ ਕਾਰਬਨ ਦੇ ਨਾਲ, ਉਹ ਥੋੜ੍ਹਾ ਐਸਿਡਿਕ ਨੇਚਰ ਦਾ ਹੁੰਦਾ ਹੈ। ਔਰ ਐਸਿਡਿਕ ਨੇਚਰ ਹੋਣ ਕਰਕੇ ਅਗਰ ਕੋਈ ਬੇਸ ਇੱਥੇ ਆਏਗਾ ਤਾਂ ਈਜ਼ਲੀ ਤੁਹਾਡਾ ਇੱਥੇ ਕੀ ਕਰ ਸਕਦਾ ਹੈ, H ਨੂੰ ਐਬਸਟਰੈਕਟ ਕਰ ਸਕਦਾ ਹੈ। ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਹੁਣ ਦੇਖੋ ਰਿਐਕਸ਼ਨ 'ਚ ਹੋਏਗਾ ਕਿ ਅਗਰ ਗੱਲ ਕਰਾਂ ਮੈਂ ਤੁਹਾਡੇ ਬਿਊਟ 1 ਆਇਨ ਸਿਸਟਮ ਦੀ, ਤਾਂ ਬਿਊਟ 1 ਆਇਨ ਜੋ ਸਿਸਟਮ ਹੈ, ਤਾਂ ਅਗਰ ਇੱਥੇ ਤੁਸੀਂ ਡਿਸਕਸ ਕਰੋਗੇ ਤਾਂ ਬਿਊਟ ਆਇਨ ਸਿਸਟਮ ਦੇ ਵਿੱਚ ਟਰਮੀਨਲ ਐਲਕਾਈਨ ਹੈ, ਠੀਕ ਹੈ। ਔਰ ਜੋ ਬਿਊਟ 2 ਆਇਨ ਹੈ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਕੋਲ ਟਰਮੀਨਲ ਗਰੁੱਪ ਪ੍ਰੈਜੈਂਟ ਨਹੀਂ ਹੈ, ਐਸਿਡਿਕ ਹਾਈਡਰੋਜਨ ਇਜ਼ ਨਾਟ ਦੇਅਰ। ਤਾਂ ਕਰਕੇ ਕੁਐਸਚਨ ਦਾ ਆਨਸਰ ਕੀ ਬਣੇਗਾ ਤੁਹਾਡਾ A ਆਪਸ਼ਨ, ਤਾਂ B ਰਿਜੈਕਟਡ ਹੋ ਜਾਂਦਾ। ਦੇਖੋ ਕੁਐਸਚਨ ਤਾਂ ਸੋਲਵ ਹੋ ਗਿਆ, ਪਰ ਮੈਂ ਹੁਣ ਇੱਥੇ ਸਾਰੀਆਂ ਰਿਐਕਸ਼ਨਸ ਡਿਸਕਸ ਕਰਾਂਗਾ ਕਿ ਰਿਐਕਸ਼ਨਸ ਕਿੱਦਾਂ ਹੋ ਰਹੀਆਂ ਨੇ। ਤਾਂ ਇਹ ਤਾਂ ਰਿਐਕਟ ਨਹੀਂ ਕਰ ਸਕਦਾ। ਦੇਖੋ ਹੁਣ ਆਪਣੇ ਕੋਲ ਦਿੱਤਾ ਕੀ ਹੋਇਆ ਹੈ, ਅਮੋਨੀਕਲ ਸਿਲਵਰ ਨਾਈਟ੍ਰੇਟ ਸੋਲਿਊਸ਼ਨ। ਤਾਂ ਇਹਦਾ ਮਤਲਬ ਕੀ ਹੁੰਦਾ ਹੈ, ਅਮੋਨੀਕਲ ਸੋਲਿਊਸ਼ਨ ਆਫ ਸਿਲਵਰ ਨਾਈਟ੍ਰੇਟ। ਤਾਂ ਇਹ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ, ਕਿਉਂਕਿ ਇਹਦੇ ਤੋਂ ਬਿਨਾਂ ਹੀ ਰਿਐਕਸ਼ਨ ਤੁਸੀਂ ਨਹੀਂ ਕਰ ਪਾਓਗੇ। ਤਾਂ ਕਿਉਂਕਿ ਇਹ ਰਿਐਕਸ਼ਨਸ ਨੂੰ ਪ੍ਰੋਸੀਡ ਕਰਨ ਦੇ ਲਈ ਤੁਹਾਨੂੰ ਇਹਦਾ ਪਤਾ ਹੋਣਾ ਜ਼ਰੂਰੀ ਹੈ। ਤਾਂ ਰਿਐਕਸ਼ਨ ਦੇ ਵਿੱਚ ਦੇਖੋ ਕਿ ਕਿੱਦਾਂ ਪ੍ਰੋਸੀਡ ਕਰਦੇ ਹਾਂ ਆਪਾਂ, ਕਿੱਦਾਂ ਇਹ ਅੱਗੇ ਜੋ ਹੈ ਤੁਹਾਡਾ ਪ੍ਰੋਸੀਡ ਹੁੰਦਾ ਹੈ। ਤਾਂ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ। ਤਾਂ ਇਹਨੂੰ ਆਪਾਂ ਹੁਣ ਦੇਖੋ ਲਿਖਦੇ ਕਿੱਦਾਂ ਹਾਂ ਇਹ ਸਮਝ ਲਓ। ਤਾਂ ਅਮੋਨੀਕਲ ਸੋਲਿਊਸ਼ਨ ਆਫ ਸਿਲਵਰ ਨਾਈਟ੍ਰੇਟ, ਦੇਖੋ ਅਮੋਨੀਕਲ ਮਤਲਬ ਕੀ ਆ ਗਿਆ, ਬੇਸ ਐਡ ਹੈ। ਅਮੋਨੀਆ ਕੀ ਹੁੰਦਾ ਹੈ, ਬੇਸ ਹੈ। ਤਾਂ ਇਹ ਆਪਣੇ ਕੋਲ ਇੱਕ ਬੇਸ ਐਡ ਹੈ, ਬੇਸ ਦੇ ਵਿੱਚ ਇਸ ਸੋਲਿਊਸ਼ਨ ਨੂੰ ਬਣਾਇਆ ਜਾਂਦਾ ਹੈ। ਜਦੋਂ ਇਹ ਕੰਪਾਊਂਡ ਬਣਦਾ ਹੈ ਨਾ, ਤੇ ਕੋਆਰਡੀਨੇਸ਼ਨ ਕੰਪਲੈਕਸ ਬਣਦਾ ਹੈ ਆਪਣੇ ਕੋਲ ਆਹ ਕੰਪਾਊਂਡ ਬਣਦਾ ਹੈ, ਜਿਹਦੇ ਵਿੱਚ ਜੋ ਸਿਲਵਰ ਹੈ ਉਹ ਤੁਹਾਡਾ ਕਿਸ ਆਕਸੀਡੇਸ਼ਨ ਸਟੇਟ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ, Ag ਪੋਜ਼ੀਟਿਵ, ਠੀਕ ਹੈ। ਤਾਂ ਜਦੋਂ ਬੇਸ ਹੈ, ਬੇਸ ਦਾ ਕੰਮ ਕੀ ਹੁੰਦਾ ਹੈ, ਐਸਿਡਿਕ ਹਾਈਡਰੋਜਨ ਨੂੰ ਲੈ ਕੇ ਜਾਣਾ। ਤਾਂ ਆਹ ਵਾਲੀ H ਕੀ ਹੁੰਦੀ ਹੈ, ਐਸਿਡਿਕ ਨੇਚਰ ਦੀ ਹੁੰਦੀ ਹੈ। H ਚਲੀ ਜਾਂਦੀ ਹੈ, ਕਾਰਬਨ ਦੇ ਉੱਪਰ ਚਾਰਜ ਕੀ ਆਉਂਦਾ ਹੈ, ਨੈਗੇਟਿਵ। ਔਰ ਜਿੱਦਾਂ ਹੀ ਕਾਰਬਨ ਦੇ ਉੱਪਰ ਦੇਖੋ ਨੈਗੇਟਿਵ ਚਾਰਜ ਥੋੜਾ ਆ ਜਾਂਦਾ ਹੈ, ਉਹ ਕੀ ਕਰ ਦਿੰਦਾ ਹੈ, Ag ਪੋਜ਼ੀਟਿਵ ਦੇ ਨਾਲ ਕੀ ਬਣਾ ਲੈਂਦਾ, ਇਸ ਤਰ੍ਹਾਂ ਦਾ ਕੰਪਾਊਂਡ ਬਣਾ ਲੈਂਦਾ ਹੈ। ਕੀ ਬਣਾ ਲੈਂਦਾ ਹੈ, ਇਸ ਤਰ੍ਹਾਂ ਦਾ ਕੰਪਾਊਂਡ ਬਣਾ ਲੈਂਦਾ ਹੈ, ਠੀਕ ਹੈ, ਜਿਸ ਨੂੰ ਆਪਾਂ ਕੀ ਬੋਲਦੇ ਹਾਂ, ਸਿਲਵਰ, ਦੈਟ ਇਜ਼ ਸਿਲਵਰ ਬਿਟਨਾਈਲਾਈਟ। ਇਸ ਨੂੰ ਇਹ ਕੰਪਾਊਂਡ ਦਾ ਨਾਮ ਹੈ। ਔਰ ਇਹ ਕੀ ਹੁੰਦਾ ਹੈ, ਸਿਲਵਰੀ ਵਾਈਟ ਕਲਰ ਦਾ ਹੁੰਦਾ ਹੈ, ਸਿਲਵਰੀ ਵਾਈਟ ਕਲਰ ਦਾ ਅਪੀਅਰ ਹੁੰਦਾ ਹੈ, ਠੀਕ ਹੈ। ਇਸ ਤਰ੍ਹਾਂ ਦੀ ਕੰਪਾਊਂਡ ਦੇ ਵਿੱਚ ਜੋ ਥੋੜੀ ਰਿਐਕਸ਼ਨ ਹੈ ਉਹ ਫਾਰਮ ਹੁੰਦੀ ਹੈ। ਅਗਰ ਇਸੇ ਕੁਐਸਚਨ ਦੇ ਵਿੱਚ ਮੰਨ ਲਓ ਕੋਪਰ ਦਾ ਸਾਲਟ ਗਿਵਨ ਹੁੰਦਾ ਕਿ ਕੋਪਰ ਦੇ ਨਾਲ ਕੀ ਕਰਦਾ ਹੈ, ਤਾਂ ਦੇਖੋ ਅਗਰ ਤੁਹਾਡੇ ਕੋਲ ਕੋਪਰ ਦਾ ਸਾਲਟ ਗਿਵਨ ਹੁੰਦਾ ਤਾਂ ਕੋਪਰ ਦੇ ਨਾਲ ਦੇਖੋ ਇਹ ਕਿਸ ਤਰ੍ਹਾਂ ਦਾ ਕੰਪਾਊਂਡ ਬਣਾਉਂਦਾ ਹੈ, ਸਿਲਵਰ ਦੇ ਨਾਲ ਸਿਲਵਰੀ ਵਾਈਟ ਕਲਰ ਦਾ ਕੰਪਾਊਂਡ ਬਣਾਉਂਦਾ ਹੈ। ਬਟ ਅਗਰ ਇੱਥੇ ਕੋਪਰ ਮੈਂਸ਼ਨ ਹੁੰਦਾ ਤਾਂ ਕੋਪਰ ਦੇ ਨਾਲ ਜੋ ਕੰਪਾਊਂਡ ਬਣਦਾ ਹੈ ਉਹ ਕਿਹੜੇ ਕਲਰ ਦਾ ਬਣਦਾ ਹੈ, ਤੁਹਾਡੇ ਕੋਲ ਰੈੱਡ PPT ਉੱਥੇ ਅਪੀਅਰ ਹੋਣੀ ਸੀ। ਇਹ ਵੀ ਧਿਆਨ ਰੱਖਣਾ, ਇਹ ਰਿਐਕਸ਼ਨਸ ਹੁੰਦੀਆਂ ਨੇ ਜੋ ਕਿ ਤੁਹਾਨੂੰ ਪਤਾ ਹੋਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ, ਕਿਉਂਕਿ ਅਗਰ ਇਹ ਰਿਐਕਸ਼ਨਸ ਤੁਹਾਨੂੰ ਨਹੀਂ ਪਤਾ ਹੋਣਗੀਆਂ ਤੁਸੀਂ ਰਿਐਕਸ਼ਨ ਨੂੰ ਅੱਗੇ ਪ੍ਰੋਸੀਡ ਹੀ ਨਹੀਂ ਕਰ ਪਾਓਗੇ। ਤਾਂ ਇਹ ਬਹੁਤ ਇੰਪੋਰਟੈਂਟ ਪਾਰਟ ਪਲੇ ਕਰਦਾ ਹੈ, ਠੀਕ ਹੈ। ਤਾਂ ਕਰਕੇ ਇੱਥੇ ਜਿਹੜਾ ਕੰਪਾਊਂਡ ਬਣਦਾ ਹੈ ਵਾਈਟ PPT ਦੀ ਫੋਰਮੇਸ਼ਨ ਹੁੰਦੀ ਹੈ, ਉਹ ਇਹ ਆਪਸ਼ਨ ਹੈ। ਹੁਣ ਇੱਕ ਪਾਰਟ ਰਹਿ ਗਿਆ, ਕਹਿੰਦੇ ਜੋ ਥੋੜਾ ਕੰਪਾਊਂਡ ਸੀ ਆਪਾਂ ਨੂੰ ਪਤਾ ਤਾਂ ਲੱਗ ਹੀ ਗਿਆ ਕੰਪਾਊਂਡ ਕਿਹੜਾ ਤੁਹਾਡਾ ਬਿਊਟ 1 ਆਇਨ ਹੈ ਨਾ, ਉਹ ਰਿਐਕਸ਼ਨ ਕਰਦਾ ਹੈ ਐਕਸੈਸ ਆਫ ਬ੍ਰੋਮੀਨ ਦੇ ਨਾਲ ਟੂ ਫੋਰਮ ਅ ਕੰਪਾਊਂਡ B। ਹੁਣ ਆਪਾਂ ਇਹਨੂੰ ਵੀ ਸਿੱਖ ਲੈਂਦੇ ਹਾਂ, ਕਿਉਂਕਿ ਇਹ ਵੀ ਪਤਾ ਹੁਣ ਆਪਾਂ ਨੂੰ ਜ਼ਰੂਰੀ ਹੈ ਕਿ ਓਵਰਆਲ ਥੋੜਾ ਪ੍ਰੋਡਕਟ ਕਿਵੇਂ ਫੋਰਮ ਹੋ ਰਿਹਾ ਹੈ ਨਾ। ਹੁਣ ਦੇਖੋ ਜੋ ਤੁਹਾਡੇ ਕੋਲ ਟ੍ਰਿਪਲ ਬੌਂਡ ਵਾਲਾ ਇਹ ਸਿਸਟਮ ਹੈ, ਐਦਾਂ ਵਾਲਾ ਸਿਸਟਮ ਹੈ ਤੁਹਾਡੇ ਕੋਲੇ, ਇਹ ਜਦੋਂ ਬ੍ਰੋਮੀਨ ਨਾਲ ਰਿਐਕਟ ਕਰਦਾ, ਦੇਖੋ ਇੱਕ ਚੀਜ਼ ਦਾ ਧਿਆਨ ਰੱਖਣਾ, ਜੋ ਬ੍ਰੋਮੀਨ ਗੈਸ ਹੁੰਦੀ ਹੈ ਇਹ ਥੋੜੀ ਰੈਡਿਸ਼ ਬਰਾਊਨ ਕਲਰ ਦੀ ਹੁੰਦੀ ਹੈ, ਠੀਕ ਹੈ। ਔਰ ਜਦੋਂ ਇਹ ਅਨਸੈਚੂਰੇਸ਼ਨ ਦੇ ਨਾਲ ਰਿਐਕਟ ਕਰਦੀ ਹੈ ਨਾ, ਅਨਸੈਚੂਰੇਟਡ ਡਬਲ ਬੌਂਡ ਜਾਂ ਟ੍ਰਿਪਲ ਬੌਂਡ ਦੇ ਨਾਲ, ਤਾਂ ਜਿਹੜਾ ਦਾ ਕਲਰ ਹੁੰਦਾ ਉਹ ਡਿਸਚਾਰਜ ਹੋ ਜਾਂਦਾ ਹੈ। ਤਾਂ ਬ੍ਰੋਮੀਨ ਗੈਸ ਨੂੰ ਆਪਾਂ ਐਜ਼ ਅ ਟੈਸਟ ਵੀ ਯੂਜ਼ ਕਰਦੇ ਹਾਂ ਅਨਸੈਚੂਰੇਸ਼ਨ ਦੇ ਲਈ, ਟੈਸਟ ਫॉर
डिटेक्टिंग अनसैचुरेशन इन द गिवन कंपाउंड कि अपने गिवन कंपाउंड ਦੇ ਵਿੱਚ ਡਬਲ ਬੌਂਡ ਜਾਂ ਟ੍ਰਿਪਲ ਬੌਂਡ ਪ੍ਰੈਜ਼ੈਂਟ ਹੈ ਜਾਂ ਨਹੀਂ, ਉਸ ਦੇ ਲਈ ਆਪਾਂ ਬ੍ਰੋਮੀਨ ਗੈਸ ਦਾ ਯੂਜ਼ ਕਰ ਸਕਦੇ ਹਾਂ ਕਿਉਂਕਿ ਰੈਡਿਸ਼ ਬਰਾਊਨ ਜੋ ਬ੍ਰੋਮੀਨ ਗੈਸ ਹੁੰਦੀ ਹੈ ਉਹ ਡਿਸਚਾਰਜ ਹੋ ਜਾਂਦੀ ਹੈ। ਤਾਂ ਦੇਖੋ ਸਭ ਤੋਂ ਪਹਿਲਾਂ ਕੀ ਹੋਏਗਾ ਇੱਥੇ ਕੰਪਾਊਂਡ ਦੇ ਵਿੱਚ ਜੋ ਪ੍ਰੋਡਕਟ ਦੀ ਫੋਰਮੇਸ਼ਨ ਹੈ ਉਹ ਕਿੱਦਾਂ ਹੁੰਦੀ, ਦੇਖੋ ਟ੍ਰਿਪਲ ਬੌਂਡ ਹੈ, ਜਦੋਂ ਵੀ ਬ੍ਰੋਮੀਨ ਇਹਦੇ ਕੋਲ ਜਾਏਗਾ ਤਾਂ ਇੱਕ ਸਾਈਕਲਿਕ ਹੈਲੋਨੀਅਮ ਕੈਟਾਇਨ ਦੀ ਫੋਰਮੇਸ਼ਨ ਹੁੰਦੀ ਹੈ। ਤਾਂ ਆਪਣੇ ਕੋਲ ਸਭ ਤੋਂ ਪਹਿਲਾ ਜੋ ਸਟੈਪ ਹੋਏਗਾ ਇੱਥੇ ਇੱਕ ਸਾਈਕਲਿਕ ਸਟੈਪ ਦੇ ਵਿੱਚ ਹੈਲੋਨੀਅਮ ਆਇਨ ਦੀ ਫੋਰਮੇਸ਼ਨ ਹੁੰਦੀ ਹੈ, ਦਿਸ ਕੰਪਾਊਂਡ ਫਾਰਮ ਹੁੰਦਾ ਹੈ। 3 ਮੈਂਬਰ ਰਿੰਗ ਹੈ, ਸਾਈਕਲਿਕ ਕੰਪਾਊਂਡ ਹੈ, ਹਾਈਲੀ ਅਨਸਟੇਬਲ ਹੈ। ਇਹ ਕੀ ਹੁੰਦਾ ਹੈ, ਹਾਈਲੀ ਅਨਸਟੇਬਲ। ਦੇਖੋ ਇੱਕ ਤਾਂ 3 ਮੈਂਬਰ ਰਿੰਗ ਹੈ, ਰਿੰਗ ਦਾ ਸਟ੍ਰੇਨ ਬਹੁਤ ਜ਼ਿਆਦਾ ਹੈ ਤਾਂ ਕਰਕੇ। ਤਾਂ ਇੱਥੇ ਜਿਹੜਾ ਤੁਹਾਡੇ ਕੋਲ ਇਲੈਕਟ੍ਰੋਫਾਈਲ ਹੈ ਜੋ ਬੌਂਡ ਹੈ, ਦੇਖੋ ਜਦੋਂ ਹੀ ਟ੍ਰਿਪਲ ਬੌਂਡ ਦੇ ਕੰਟੈਕਟ ਦੇ ਵਿੱਚ ਆਏਗਾ ਫॉर ਐਨ ਇਨਸਟੈਂਟ ਇੱਥੇ ਕੀ ਜਨਰੇਟ ਹੋਏਗਾ, ਪੋਲੈਰਿਟੀ ਜਨਰੇਟ ਹੋ ਜਾਏਗੀ ਜਦੋਂ ਟ੍ਰਿਪਲ ਬੌਂਡ ਇਹਦੇ ਕੰਟੈਕਟ ਦੇ ਵਿੱਚ ਆਏਗਾ। ਅਦਰਵਾਈਜ਼ ਤਾਂ ਬ੍ਰੋਮੀਨ ਦਾ ਬੌਂਡ ਕੀ ਹੈ, ਕੰਪਲੀਟਲੀ ਕੋਵੈਲੈਂਟ ਬੌਂਡ ਹੈ, ਪਰ ਇਹਦੇ ਵਿੱਚ ਥੋੜ੍ਹੇ ਟਾਈਮ ਦੇ ਲਈ ਇਨਸਟੈਂਟ ਦੇ ਲਈ ਪੋਲੈਰਿਟੀ ਕਦੋਂ ਆਏਗੀ, ਜਦੋਂ ਟ੍ਰਿਪਲ ਬੌਂਡ ਇਹਦੇ ਕੰਟੈਕਟ ਦੇ ਵਿੱਚ ਆਏਗਾ। ਕਿਉਂਕਿ ਜਿੱਦਾਂ ਹੀ ਟ੍ਰਿਪਲ ਬੌਂਡ ਆਇਆ ਮਤਲਬ ਇਲੈਕਟ੍ਰੋਨ ਡੈਂਸਿਟੀ ਦੇ ਕੰਟੈਕਟ ਦੇ ਵਿੱਚ ਆ ਰਹੀ ਹੈ ਤਾਂ ਪੋਲੈਰਿਟੀ ਜਨਰੇਟ ਹੋ ਜਾਏਗੀ। ਤਾਂ ਆਪਣੇ ਕੋਲ ਇੱਕ ਸਾਈਕਲਿਕ 3 ਮੈਂਬਰਡ ਹੈਲੋਨੀਅਮ ਜੋ ਆਇਨ ਹੈ ਉਹ ਬਣੇਗਾ, ਦੈਟ ਇਜ਼ ਹਾਈਲੀ ਅਨਸਟੇਬਲ ਕੰਪਾਊਂਡ। ਤਾਂ ਜਦੋਂ ਇਹ ਕੰਪਾਊਂਡ ਦੇ ਵਿੱਚ ਆਇਆ ਬ੍ਰੋਮੀਨ ਨੇ ਬੌਂਡ ਬਣਾ ਲਿਆ ਤਾਂ Br ਨੈਗੇਟਿਵ ਬਾਹਰ ਚਲਾ ਗਿਆ। ਹੁਣ ਦੇਖੋ Br ਨੈਗੇਟਿਵ ਨੇ ਕੀ ਕਰਨਾ ਇੱਥੇ, ਅਟੈਕ ਕਰਨਾ ਹੈ। ਹੁਣ ਦੇਰ ਆਰ 2 ਪੋਸੀਬਿਲਿਟੀਜ਼ ਕਿ ਅਟੈਕ ਇਸ ਕਾਰਬਨ 'ਤੇ ਕਰੇ ਜਿਹਨੂੰ ਆਪਾਂ 1 ਬੋਲ ਦਿੰਦੇ ਹਾਂ, ਜਾਂ ਅਟੈਕ ਕੀ ਕਰੇ ਸੈਕਿੰਡ ਨੰਬਰ 'ਤੇ। ਇਹ ਵੀ ਹੁਣ ਤੁਸੀਂ ਸਮਝਣ ਵਾਲਾ ਪਾਰਟ ਹੈ। ਦੇਖੋ ਧਿਆਨ ਰੱਖਣਾ, ਮੈਂ ਇੱਕ ਪੁਆਇੰਟ ਲਿਖਵਾ ਰਿਹਾ ਹਾਂ, ਅਗਰ ਤੁਹਾਡਾ ਜੋ 3 ਮੈਂਬਰ ਰਿੰਗ ਬਣ ਰਹੀ ਹੈ ਉਹਦੇ ਉੱਪਰ ਕੋਈ ਵੀ ਚਾਰਜ ਨਹੀਂ ਹੈ, ਨੋ ਚਾਰਜ ਔਨ 3 ਮੈਂਬਰ ਰਿੰਗ, ਤਾਂ ਅਟੈਕ ਕਿੱਥੇ ਹੋਏਗਾ, ਅਟੈਕ ਔਨ ਲੀਸਟ ਹਿੰਡਰਡ ਪੋਜੀਸ਼ਨ, ਅਟੈਕ ਔਨ ਲੀਸਟ ਹਿੰਡਰਡ ਪੋਜੀਸ਼ਨ, ਤਾਂ ਅਟੈਕ ਉੱਥੇ ਹੋਏਗਾ। ਤਾਂ ਅਟੈਕ ਔਨ ਲੀਸਟ ਹਿੰਡਰਡ ਪੋਜੀਸ਼ਨ, ਠੀਕ ਹੈ। ਅਗਰ ਮੰਨ ਲਓ ਇੱਥੇ ਬ੍ਰੋਮੀਨ 'ਤੇ ਚਾਰਜ ਨਾ ਹੁੰਦਾ ਤਾਂ ਅਟੈਕ ਕਿੱਥੇ ਹੋਣਾ ਸੀ, ਫਸਟ ਕਾਰਬਨ 'ਤੇ, ਬਟ ਕਿਉਂਕਿ ਇੱਥੇ ਚਾਰਜ ਪ੍ਰੈਜ਼ੈਂਟ ਹੈ ਤਾਂ ਅਟੈਕ ਉਸ ਕਾਰਬਨ 'ਤੇ ਹੋਏਗਾ ਲੈਸ ਹਿੰਡਰਡ ਪੋਜੀਸ਼ਨ 'ਤੇ, ਜਿੱਥੇ ਥੋੜਾ ਕਾਰਬੋਕੇਟਾਇਨ ਜ਼ਿਆਦਾ ਸਟੇਬਲ ਬਣ ਸਕਦਾ ਹੈ। ਤਾਂ ਦੇਖੋ ਮੰਨ ਲਓ ਮੈਂ ਬੌਂਡ ਨੂੰ ਇੱਥੇ ਅਟੈਕ ਕੀਤਾ ਤਾਂ ਕਾਰਬਨ 2 'ਤੇ ਪੋਜ਼ੀਟਿਵ ਚਾਰਜ ਆਏਗਾ। ਕਾਰਬਨ 2 ਮਤਲਬ ਕੀ ਹੁੰਦਾ, ਸਕੈਂਡਰੀ ਹੁੰਦਾ, ਥੋੜ੍ਹਾ ਜ਼ਿਆਦਾ ਸਟੇਬਲ ਹੁੰਦਾ ਹੈ। ਤਾਂ ਉਸ ਕੇਸ ਦੇ ਵਿੱਚ ਧਿਆਨ ਰੱਖਣਾ ਆਲਵੇਜ਼ ਕਿ ਅਟੈਕ ਜੋ ਹੁੰਦਾ ਹੈ ਫਿਰ ਆਪਣਾ ਉਹ ਮੋਰ ਹਿੰਡਰਡ ਸਾਈਡ 'ਤੇ ਹੁੰਦਾ ਹੈ ਅਗਰ ਆਪਣੇ ਕੋਲੇ ਚਾਰਜ ਪ੍ਰੈਜ਼ੈਂਟ ਹੈ, ਪੋਜ਼ੀਟਿਵ ਚਾਰਜ ਪ੍ਰੈਜ਼ੈਂਟ ਹੈ 3 ਮੈਂਬਰ ਰਿੰਗ ਦੇ ਵਿੱਚ। ਤਾਂ ਇੱਥੇ ਤੋਂ ਕੋਲ ਜੋ ਕੰਪਾਊਂਡ ਬਣੇਗਾ, ਠੀਕ ਹੈ, ਇਹ ਜਿਮੈਟਰੀ ਵੀ ਧਿਆਨ ਰੱਖਣੀ ਹੈ। ਦੇਖੋ ਕੰਪਾਊਂਡ ਜੋ ਹੈ ਉਹ ਇੱਦਾਂ ਫਾਰਮ ਹੋਏਗਾ। ਤਾਂ ਆਹ ਤੁਹਾਡੇ ਕੋਲ ਕੰਪਾਊਂਡ ਬਣੇਗਾ, ਜੋ ਐਡੀਸ਼ਨ ਹੋਏਗਾ ਬ੍ਰੋਮੀਨ ਦਾ ਉਹ ਟਰਾਂਸ ਐਡੀਸ਼ਨ ਹੋਏਗਾ, ਟਰਾਂਸ ਪ੍ਰੋਡਕਟ ਬਣੇਗਾ। ਇਹ ਵੀ ਇੰਪੋਰਟੈਂਟ ਹੈ, ਸਟੀਰੀਓ ਕੈਮਿਸਟਰੀ ਤੋਂ ਕੁਐਸਚਨ ਪੁੱਛਿਆ ਜਾ ਸਕਦਾ ਹੈ। ਇੱਥੇ ਤੁਹਾਡੇ ਕੋਲ ਸਿਸ ਪ੍ਰੋਡਕਟ ਨਹੀਂ ਬਣਦਾ ਕਿਉਂਕਿ ਨਿਚਲੀ ਸਾਈਡ ਅਗਰ ਲੈਟ ਸਪੋਜ਼ ਅਗਰ ਮੈਂ ਕਹਾਂ 3 ਮੈਂਬਰ ਰਿੰਗ ਡਾਊਨ ਸਾਈਡ ਦਾ ਰਿੰਗ ਪ੍ਰੈਜ਼ੈਂਟ ਹੈ ਤਾਂ ਉੱਥੇ ਕੰਪਾਊਂਡ ਹੈ ਟਰਾਂਸ, ਜੋ ਬ੍ਰੋਮੀਨ ਗਰੁੱਪ ਹੈ ਫਿਰ ਨੀਚੋਂ ਅਟੈਕ ਨਹੀਂ ਕਰ ਪਾਏਗਾ, ਉਹ ਓਪੋਜ਼ਿਟ ਸਾਈਡ ਤੋਂ ਅਟੈਕ ਕਰੇਗਾ ਤੇ ਟਰਾਂਸ ਪ੍ਰੋਡਕਟ ਬਣੇਗਾ। ਇਹ ਵੀ ਇੱਕ ਯਾਦ ਰੱਖਣ ਵਾਲਾ ਪੁਆਇੰਟ ਹੈ ਜੋ ਤੁਸੀਂ ਧਿਆਨ 'ਚ ਰੱਖਣਾ ਹੈ। ਤਾਂ ਜਿਹੜਾ ਇਹ ਕੰਪਾਊਂਡ ਬਣਦਾ ਹੈ ਇਹ ਕੀ ਹੁੰਦਾ ਹੈ, ਡੀ ਕਲਰਡ ਪ੍ਰੋਡਕਟ ਹੁੰਦਾ, ਡੀ ਕਲਰਾਈਜ਼ਡ ਹੁੰਦਾ, ਇਹਦੇ ਵਿੱਚ ਕੋਈ ਵੀ ਕਲਰ ਨਹੀਂ ਹੁੰਦਾ। ਤਾਂ ਬ੍ਰੋਮੀਨ ਗੈਸ ਕਿਹੜੀ ਕਲਰ ਸੀ, ਰੈਡਿਸ਼ ਬਰਾਊਨ, ਔਰ ਜੋ ਪ੍ਰੋਡਕਟ ਬਣਿਆ ਫਾਈਨਲ ਉਹ ਕੀ ਹੈ, ਡੀ ਕਲਰਾਈਜ਼ਡ ਪ੍ਰੋਡਕਟ ਹੈ। ਤਾਂ ਇਹ ਕਦੋਂ ਬਣਦਾ ਹੈ, ਜਦੋਂ ਉਹਦੇ ਵਿੱਚ ਕੋਈ ਅਨਸੈਚੁਰੇਸ਼ਨ ਪ੍ਰੈਜ਼ੈਂਟ ਹੈ, ਤਾਂ ਉਸ ਦੇ ਲਈ ਇਹ ਟੈਸਟ ਆਪਾਂ ਯੂਜ਼ ਕਰ ਸਕਦੇ ਹਾਂ। ਆਈ ਹੋਪ ਇੰਨਾ ਪੁਆਇੰਟ ਕਲੀਅਰ ਹੋ ਗਿਆ। ਔਰ ਨੈਕਸਟ ਸਟੈਪ ਦੇ ਵਿੱਚ ਕਿਉਂਕਿ ਦੇਖੋ ਡਬਲ ਬੌਂਡ ਤਾਂ ਹਜੇ ਵੀ ਪ੍ਰੈਜ਼ੈਂਟ ਹੈ ਤਾਂ ਬ੍ਰੋਮੀਨ ਜੋ ਗੈਸ ਹੈ ਉਹ ਫਰਦਰ ਇਹਦੇ ਨਾਲ ਰਿਐਕਟ ਕਰ ਸਕਦੀ ਹੈ। ਤਾਂ ਡਬਲ ਬੌਂਡ ਹੁਣ ਇੱਥੇ ਬ੍ਰੇਕ ਹੋਏਗਾ ਔਰ ਡਬਲ ਬੌਂਡ ਬ੍ਰੇਕ ਹੋ ਕੇ ਇੱਥੇ ਬ੍ਰੋਮੀਨ 2 ਬ੍ਰੋਮੀਨ ਹੋਰ ਅਟੈਚ ਹੋ ਜਾਣਗੇ ਤੁਹਾਡੇ ਡਬਲ ਬੌਂਡ ਕਾਰਬਨ 'ਤੇ, ਅਤੇ ਜੋ ਫਾਈਨਲ ਜੋ ਤੁਹਾਡੇ ਕੋਲ ਪ੍ਰੋਡਕਟ ਬਣ ਕੇ ਆਏਗਾ ਉਹ ਤੁਹਾਡੇ ਕੋਲ ਆਹ ਪ੍ਰੋਡਕਟ ਬਣੇਗਾ, ਠੀਕ ਹੈ, ਜਿਸ ਦਾ ਜੋ ਤੁਹਾਨੂੰ ਕੰਪਾਊਂਡ 'ਚ ਮੋਲੀਕੂਲਰ ਫਾਰਮੂਲਾ ਵੀ ਗਿਵਨ ਹੈ। ਆਈ ਹੋਪ ਕਿ ਕੁਐਸਚਨ ਦੇ ਵਿੱਚ ਦੇਖੋ ਕਾਫੀ ਸਾਰੀਆਂ ਚੀਜ਼ਾਂ ਪੁੱਛੀਆਂ ਹੋਈਆਂ ਸੀ, ਕਲੱਬ ਕੀਤੀਆਂ ਹੋਈਆਂ ਸੀ, ਔਰ ਮੇਰਾ ਮੇਨ ਫੋਕਸ ਔਰ ਪਰਪਸ ਵੀ ਇਹੀ ਰਹਿੰਦਾ ਕਿ ਤੁਹਾਨੂੰ ਕਾਫੀ ਸਾਰੀਆਂ ਜੋ ਚੀਜ਼ਾਂ ਹੁੰਦੀਆਂ ਨੇ ਨਾ ਉਹ ਸਿਖਾਈਆਂ ਜਾਣ। ਔਰ ਔਰਗੈਨਿਕ ਬੱਚਿਆਂ ਨੂੰ ਟਫ ਇਸੇ ਕਰਕੇ ਲੱਗਦੀ ਹੈ ਕਿਉਂਕਿ ਕੰਸੈਪਟ ਦੀ ਕਲੈਰਿਟੀ ਨਹੀਂ ਹੁੰਦੀ। ਤਾਂ ਇਹਦੇ ਲਈ ਕੰਸੈਪਟ ਸਿੱਖਣਾ ਬਹੁਤ ਜ਼ਰੂਰੀ ਹੈ। ਕੰਸੈਪਟ ਉੱਪਰ ਫੋਕਸ ਕਰੋ, ਚੀਜ਼ਾਂ ਨੂੰ ਕਰੈਮ ਨਾ ਕਰੋ। ਅਗਰ ਚੀਜ਼ਾਂ ਨੂੰ ਕਰੈਮਿੰਗ ਕਰੋਗੇ ਤਾਂ ਅੱਗੇ ਜਾ ਕੇ ਦਿੱਕਤ ਆਏਗੀ, ਕੁਐਸਚਨ ਤੁਸੀਂ ਅਟੈਂਪਟ ਨਹੀਂ ਕਰ ਪਾਓਗੇ। ਇਸ ਚੀਜ਼ ਉੱਪਰ ਤੁਸੀਂ ਖਾਸ ਫੋਕਸ ਰੱਖਣਾ ਹੈ। ਜਲਦੀ ਤੁਹਾਡੇ ਸਭ ਦੇ ਲਈ ਬੇਟਾ ਇੱਕ ਨਵਾਂ ਬੈਚ ਲੈ ਕੇ ਆ ਰਹੇ ਹਾਂ। ਜੋ ਵੀ ਬੱਚੇ ਆਪਣੇ ਬੈਚ ਦੇ ਵਿੱਚ ਇਨਰੋਲ ਹੋਣਾ ਚਾਹੁੰਦੇ ਨੇ, ਠੀਕ ਹੈ, ਉਹ ਮੈਨੂੰ WhatsApp ਦੇ ਉੱਪਰ ਮੈਸੇਜ ਕਰ ਸਕਦੇ ਨੇ। WhatsApp ਨੰਬਰ ਕੀ ਹੈ ਮੇਰਾ 8566007006, ਜਿਹਦੇ ਵਿੱਚ ਤੁਹਾਨੂੰ ਬਹੁਤ ਚੀਜ਼ਾਂ, ਬਹੁਤ ਵਧੀਆ ਲੈਕਚਰਸ ਜਿੱਦਾਂ ਆਪਾਂ ਪੜ੍ਹਾਉਂਦੇ ਹਾਂ ਤੁਹਾਨੂੰ ਪੜ੍ਹਾਇਆ ਜਾਊਗਾ, ਨੋਟਸ, ਥਿਊਰੀ ਲੈਕਚਰਸ, ਠੀਕ ਹੈ, ਅਸਾਈਨਮੈਂਟਸ, ਟੈਸਟ ਸੀਰੀਜ਼, ਸਭ ਕੁਝ ਉਹਦੇ ਵਿੱਚ ਆਪਾਂ ਕਵਰ ਕਰਵਾਵਾਂਗੇ। ਡਿਟੇਲਿੰਗ ਦੇ ਲਈ ਤੁਸੀਂ ਆਪਣੇ
WhatsApp ਚੈਨਲ ਮੈਨੂੰ WhatsApp ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਆਪਣੀ ਸੀਟ ਨੂੰ ਬੁੱਕ ਕਰਵਾ ਸਕਦੇ ਹੋ। ਠੀਕ ਹੈ, ਬੁੱਕ ਕਰਵਾ ਸਕਦੇ ਹੋ ਆਪਣੀ ਸੀਟ ਨੂੰ, ਕਿਉਂਕਿ ਜੋ ਇਹਦੇ ਵਿੱਚ ਬੈਚ ਕਰਾਂਗੇ ਨਾ ਲਿਮਟਿਡ ਸੀਟਸ ਹੀ ਆਪਾਂ ਰੱਖਾਂਗੇ, ਕਿਉਂਕਿ ਤਾਂ ਕਿ ਆਪਾਂ ਪਰਸਨਲਾਈਜ਼ਡ ਆਪਾਂ ਸੈਸ਼ਨਸ ਕਰ ਸਕੀਏ ਬੱਚਿਆਂ ਦੇ ਉੱਪਰ, ਇੱਕ ਬੱਚੇ ਦੇ ਉੱਪਰ ਆਪਾਂ ਕੰਪਲੀਟ ਫੋਕਸ ਕਰ ਸਕੀਏ, ਹੈ ਨਾ। ਤਾਂ ਇਹਦੇ ਲਈ ਮੈਂ ਕੁਛ ਲਿਮਟਿਡ ਸੀਟਸ ਹੀ ਰੱਖਾਂਗਾ ਬੈਚ ਦੇ ਵਿੱਚ। ਔਰ ਅਗਰ ਆਪਣੇ ਕੋਲ ਉਹਨੇ ਬੱਚੇ ਪੂਰੇ ਹੋ ਜਾਂਦੇ ਨੇ, ਫਿਰ ਆਪਣੇ ਕੋਲ ਅਗਰ ਬੱਚੇ ਹੋਰ ਵਧਣਗੇ ਤਾਂ ਉਹਦੇ ਲਈ ਆਪਾਂ ਇੱਕ ਨੈਕਸਟ ਨਵਾਂ ਬੈਚ ਸਟਾਰਟ ਕਰਾਂਗੇ। ਤਾਂ ਪਹਿਲਾਂ ਆਪਾਂ ਲਿਮਟਿਡ ਬੱਚਿਆਂ ਲਈ ਤਾਂ ਜੋ ਵੀ ਬੱਚੇ ਕਰਨਾ ਚਾਹੁੰਦੇ ਨੇ ਉਹ ਮੈਨੂੰ ਜੁਆਇਨ ਕਰ ਸਕਦੇ ਹੋ, ਇਨਰੋਲ ਕਰ ਸਕਦੇ ਹੋ। ਆਪਾਂ ਕੋਸ਼ਿਸ਼ ਇਹ ਹੈ ਕਿ ਆਪਾਂ 15 ਅਪ੍ਰੈਲ ਨੂੰ ਨਵਾਂ ਬੈਚ ਸਟਾਰਟ ਕਰ ਦਈਏ, ਤਾਂ ਉਹ ਤੋਂ ਪਹਿਲਾਂ ਆਪਣਾ ਇਨਰੋਲਮੈਂਟ ਤੁਸੀਂ ਕਰਵਾ ਸਕਦੇ ਹੋ। ਜੋ ਵੀ ਬੱਚੇ ਇੱਛੁਕ ਨੇ ਆਪਣੇ ਮਾਸਟਰ ਕੇਡਰ ਜਾਂ ਲੈਕਚਰਰ ਕੇਡਰ ਸਰਕਾਰੀ ਟੀਚਰ ਬਣਨ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਉਹ ਜਿੰਦਲ ਕੈਮਿਸਟਰੀ ਦੇ ਨਾਲ ਜੁਆਇਨ ਕਰ ਸਕਦੇ ਹੋ। ਆਪਣਾ ਲਾਸਟ ਵਾਲਾ ਜੋ ਹੋਇਆ ਸੀ ਉਹਦੇ ਵਿੱਚ ਬਹੁਤ ਅੱਛਾ ਨਤੀਜੇ ਰਹੇ, ਆਪਣੇ ਬੱਚਿਆਂ ਨੇ ਬਹੁਤ ਅੱਛੀਆਂ ਜੋ ਨੇ ਅਟੈਂਪਟ ਕਰਕੇ ਪੇਪਰ ਨੂੰ ਆਪਣੀ ਨੌਕਰੀਆਂ ਕਰ ਰਹੇ ਨੇ ਮਾਸਟਰ ਕੇਡਰ ਦੇ ਵਿੱਚ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ। Happy learning.